ਹੈਲੋ एवरीवन ਵੈਲਕਮ ਟੂ ਚੈਨਲ ਸਟੂਡੈਂਟ ਪਾਥਵੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਨੈਕਸਟ 2 ਲਿਟਰੇਰੀ ਟਰਮਸ ਨੂੰ ਡਿਸਕਸ ਕਰਾਂਗੇ। ਪਹਿਲੀ ਟਰਮ ਅਸੀਂ ਜਿਹੜੀ ਸਟਾਰਟ ਕਰਨ ਲੱਗੇ ਹਾਂ ਉਹ ਹੈ ਸੋਨੇਟ। ਅ ਸੋਨੇਟ ਇਜ਼ ਅ ਟਾਈਪ ਆਫ ਪੋਇਮ ਦੀ ਇੱਕ ਟਾਈਪ ਹੈ ਦੈਟ ਹੈਜ਼ ਅ ਸਪੈਸੀਫਿਕ ਸਟਰਕਚਰ, ਮਤਲਬ ਕਿ ਇਹਨੂੰ ਲਿਖਣ ਦਾ ਇੱਕ ਸਪੈਸੀਫਿਕ ਸਪੈਸ਼ਲ ਇੱਕ ਜਿਹੜਾ ਸਟਰਕਚਰ ਹੁੰਦਾ, ਇੱਕ ਤਰੀਕੇ ਨਾਲ ਲਿਖੀ ਜਾਂਦੀ ਹੈ। ਜਿੱਦਾਂ ਕਿ ਅਸੀਂ ਪਿਛਲੀਆਂ ਟਰਮਸ ਦੇ ਵਿੱਚ ਕਈ ਡਿਸਕਸ ਕੀਤਾ ਕਿ ਉਹਨਾਂ ਦੀ ਕੋਈ ਰਿਦਮ ਜਾਂ ਕੋਈ ਸਟਰਕਚਰ ਨਹੀਂ ਹੁੰਦਾ, ਪਰ ਇਹ ਵਾਲੀ ਦੇ ਵਿੱਚ ਹਮੇਸ਼ਾ ਕੀ ਹੁੰਦਾ, ਇੱਕ ਸਪੈਸੀਫਿਕ ਸਟਰਕਚਰ ਨੂੰ ਫੋਲੋ ਕਰਨਾ ਪੈਂਦਾ ਐਂਡ ਇਜ਼ ਆਫਨ ਯੂਜ਼ ਟੂ ਐਕਸਪ੍ਰੈਸ ਡੀਪ ਇਮੋਸ਼ਨਸ ਔਰ ਆਈਡੀਆਜ਼। ਜ਼ਿਆਦਾਤਰ ਕੀ ਹੈ ਇਹ, ਕਿਹੜੇ ਆਈਡੀਆਜ਼ ਨੂੰ ਜਿਹੜੇ ਡੀਪ ਹੋਣ, ਉਹ ਇਮੋਸ਼ਨ ਨੂੰ, ਉਹਨਾਂ ਭਾਵਨਾਵਾਂ ਨੂੰ ਅਤੇ ਉਹਨਾਂ ਆਈਡੀਆਜ਼ ਨੂੰ ਹੀ ਐਕਸਪ੍ਰੈਸ ਕਰਦੀ ਆ। ਪਰਟੀਕੂਲਰਲੀ ਅਬਾਊਟ ਲਵ, ਕਿੰਨਾ ਚੀਜ਼ਾਂ 'ਤੇ ਹੁੰਦੇ ਆ ਮੇਨਲੀ, ਉਹ ਲਵ ਬਾਰੇ ਹੋ ਸਕਦੇ ਆ, ਨੇਚਰ ਬਾਰੇ ਹੋ ਸਕਦੇ ਆ ਔਰ ਬਿਊਟੀ। ਆ ਸੋਨੇਟ ਕੰਸਿਸਟ ਆਫ 14 ਲਾਈਨਸ। ਆਲਵੇਜ਼ ਇਹ ਚੀਜ਼ ਯਾਦ ਰੱਖਣੀ ਆ, ਸੋਨੇਟ ਉਸ ਪੋਇਮ ਨੂੰ ਹੀ ਕਿਹਾ ਜਾਂਦਾ ਜਿਹਦੇ 'ਚ ਹਮੇਸ਼ਾ 14 ਲਾਈਨਸ ਹੋਣ ਐਂਡ ਫੋਲੋਜ਼ ਅ ਸੈਟ ਪੈਟਰਨ ਆਫ ਰਾਈਮ ਐਂਡ ਮੀਟਰ। ਹਮੇਸ਼ਾ ਇੱਕ ਪੈਟਰਨ ਰਾਈਮ ਦਾ ਅਤੇ ਮੀਟਰ ਦਾ ਫੋਲੋ ਕੀਤਾ ਜਾਂਦਾ। ਇਹਦਾ ਮੀਨਿੰਗ ਕੀ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ। ਹਮੇਸ਼ਾ ਇਹਦੇ 'ਚ 14 ਲਾਈਨਸ ਹੁੰਦੀਆਂ ਨੇ, ਰਾਈਮ ਹੁੰਦੀ ਹੈ ਅਤੇ ਇੱਕ ਮੀਟਰ ਹੁੰਦਾ। ਇਹਨਾਂ ਦਾ ਮੀਨਿੰਗ ਕੀ ਆ ਉਹ ਅਸੀਂ ਨੀਚੇ ਡਿਸਕਸ ਕਰਦੇ ਡਿਟੇਲ 'ਚ। ਦ ਮੋਸਟ ਕਾਮਨ ਟਾਈਪ ਆਫ ਸੋਨੇਟ ਇਜ਼ ਅ ਸ਼ੇਕਸਪੀਰੀਅਨ ਸੋਨੇਟ। ਸਭ ਤੋਂ ਜ਼ਿਆਦਾ ਜਿਹੜੀਆਂ ਸੋਨੇਟ ਜਾਣੀਆਂ ਜਾਂਦੀਆਂ ਨੇ, ਕਾਮਨ ਨੇ, ਉਹ ਕਿਹੜੀਆਂ ਨੇ, ਸ਼ੇਕਸਪੀਅਰ ਦੀਆਂ ਨੇ। ਐਂਡ ਆਲਸੋ ਨੋਨ ਐਜ਼ ਦ ਇੰਗਲਿਸ਼ ਸੋਨੇਟ। ਉਹਨਾਂ ਨੂੰ ਕੀ ਕਿਹਾ ਜਾਂਦਾ, ਇੰਗਲਿਸ਼ ਸੋਨੇਟ ਵੀ ਕਿਹਾ ਜਾਂਦਾ। ਸ਼ੇਕਸਪੀਅਰ ਦੀਆਂ ਜਿਹੜੀਆਂ ਸੋਨੇਟ ਲਿਖੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ, ਇੰਗਲਿਸ਼ ਸੋਨੇਟ ਕਿਹਾ ਜਾਂਦਾ। ਹੁਣ ਜਿਹੜਾ ਅਸੀਂ ਉੱਪਰ ਗੱਲ ਕੀਤੀ ਸੀ ਕਿ ਆਪਾਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ, ਸੋਨੇਟ ਨੂੰ, ਇੱਕ ਪੋਇਮ ਨੂੰ ਅਗਰ ਅਸੀਂ ਸੋਨੇਟ ਕਹਿਣਾ ਤਾਂ ਉਹਦੇ 'ਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਕਿਹੜੇ ਫੀਚਰਸ ਹੋਣੇ ਚਾਹੀਦੇ। ਸਭ ਤੋਂ ਪਹਿਲੀ ਗੱਲ 14 ਲਾਈਨਸ ਹੋਣੀ ਚਾਹੀਦੀਆਂ। ਅ ਸੋਨੇਟ ਇਜ਼ ਆਲਵੇਜ਼ 14 ਲਾਈਨਸ ਲੌਂਗ। ਹੁਣ ਅਸੀਂ ਐਗਜ਼ਾਮਪਲ ਦੇ ਤੌਰ 'ਤੇ ਕਿੱਥੇ ਰੱਖੀ ਹੈ ਪੋਇਮ, ਉਹਦੇ ਵਿੱਚ ਅਸੀਂ ਨੇ ਸੋਨੇਟ 18 ਜਿਹੜੀ ਵਿਲੀਅਮ ਸ਼ੇਕਸਪੀਅਰ ਨੇ ਲਿਖੀ ਹੈ, ਇਹ ਅਸੀਂ ਨੇ ਕੀਤਾ ਕੰਪੇਅਰ। ਇੱਥੇ ਦੇਖੋ ਅਸੀਂ ਕੀਤਾ ਕਿ ਸ਼ੈਲ ਆਈ ਕੰਪੇਅਰ ਥੀ ਤੋਂ ਜਿਹੜੀ ਹੈ ਸਟਾਰਟ ਹੁੰਦੀ ਹੈ। ਟੋਟਲ ਲਾਈਨਸ 1 2 3 4, ਇੱਥੇ ਤੱਕ ਸਾਡੇ ਕੋਲ ਟੋਟਲ 14 ਲਾਈਨਸ ਨੇ। ਤਾਂ ਹੁਣ ਅਸੀਂ ਇਹਨਾਂ ਨੂੰ ਬਹੁਤ ਡੀਪਲੀ ਜਾ ਕੇ ਨਹੀਂ ਗੱਲ ਕਰਾਂਗੇ, ਬਸ ਤੁਸੀਂ ਇਹ ਯਾਦ ਰੱਖਣਾ ਕਿ ਪਹਿਲਾ ਫੀਚਰ ਸੋਨੇਟ ਨੂੰ ਸੋਨੇਟ ਬਣਾਉਣ ਦੇ ਵਿੱਚ ਕੀ ਹੈ ਕਿ ਉਹਦੇ 'ਚ 14 ਲਾਈਨਸ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਓਕੇ, ਸੈਕਿੰਡ ਸਾਡੇ ਕੋਲ ਕੰਡੀਸ਼ਨ ਕੀ ਹੈ, ਫੀਚਰ ਕਿਹੜਾ, ਸੈਕਿੰਡ ਹੈਗੇ ਰਾਈਮ ਸਕੀਮ। ਰਾਈਮ ਸਕੀਮ ਮਤਲਬ ਰਾਈਮ ਦਾ ਮੀਨਿੰਗ ਕੀ ਹੁੰਦਾ ਕਿ ਉਹ ਆਪਸ ਦੇ ਵਿੱਚ ਜੁੜਨੀ ਚਾਹੀਦੀ ਆ। ਅਸੀਂ ਜਦੋਂ ਕੋਈ ਚੀਜ਼ ਗਾਉਂਦੇ ਹਾਂ ਅਗਰ ਉਹ ਜੁੜਦਾ, ਜਿਵੇਂ ਗਾਣੇ ਜੁੜਦੇ ਆ, ਉੱਦਾਂ ਜੁੜਨੀ ਚਾਹੀਦੀ ਹੈ। ਹੁਣ ਰਾਈਮ ਸਕੀਮ ਫੋਲੋ ਕਿਹੜੀ ਕਰਦੀ ਹੈ, ਕਿਸ ਤਰੀਕੇ ਨਾਲ ਇਹ ਜੁੜਦੀ ਹੈ। ਦ ਮੋਸਟ ਪੋਪੂਲਰ ਰਾਈਮ ਸਕੀਮ ਇਨ ਅ ਸ਼ੇਕਸਪੀਅਰ ਸੋਨੇਟ ਇਜ਼ ABAB, CD EFEF GGG। ਇਹਦਾ ਮੀਨਿੰਗ ਕੀ ਹੈ, ਹੁਣ ਅਸੀਂ ਇਹ ਵੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ABAB ਕੀ ਹੈ। ਦਿਸ ਮੀਨਸ ਦ ਫਸਟ ਐਂਡ ਦ ਥਰਡ ਲਾਈਨਸ ਰਾਈਮ। ਪਹਿਲੀ ਅਤੇ ਜਿਹੜੀ ਤੀਜੀ ਲਾਈਨ ਹੁੰਦੀ ਇੱਕ ਦੂਜੇ ਨਾਲ ਜੁੜਦੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਵਾਰੀ ਇਹ 'ਚ ਦਿਖਾਉਂਦੀ ਹਾਂ। ਦ ਸੈਕਿੰਡ ਐਂਡ ਫੋਰਥ ਲਾਈਨਸ ਰਾਈਮ ਐਂਡ ਸੋ ਔਨ। ਹਮੇਸ਼ਾ ਸੈਕਿੰਡ 'ਤੇ ਜਿਹੜੀ ਫੋਰਥ ਲਾਈਨ ਰਾਈਮ ਕਰੂਗੀ ਵਿਦ ਦ ਲਾਸਟ 2 ਲਾਈਨਸ ਰਾਈਮਿੰਗ ਵਿਦ ਈਚ ਅਦਰ। ਓਕੇ, ਚਲੋ ਹੁਣ ਇਹਨੂੰ ਡਿਟੇਲ 'ਚ ਡਿਸਕਸ ਕਰਦੇ ਆਪਾਂ। ਇਹ ਸਾਡੇ ਕੋਲ ਐਗਜ਼ਾਮਪਲ ਹੈ, ਇਹਨੂੰ ਤੁਹਾਨੂੰ ਯਾਦ ਨਹੀਂ ਕਰਨਾ ਜਾਂ ਕੁਛ ਨਹੀਂ, ਇਹ ਜਸਟ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣ ਲਈ ਰੱਖੀ ਹੈ ਕਿ ਇਹਦਾ ਮੀਨਿੰਗ ਕੀ ਹੈ। ਹੁਣ ਅਸੀਂ ਉੱਪਰ ਗੱਲ ਕੀਤੀ ਸੀ ਕਿ ਜਿਹੜਾ ਇਹ ਇੱਕ ਫੋਰਮੈਟ ਨੂੰ, ਇੱਕ ਰਾਈਮ ਸਕੀਮ ਨੂੰ ਫੋਲੋ ਕਰਦੀ ਹੈ, ਕਿਹੜੀ ਹੈ, ABAB। ਹੁਣ ਦੇਖੋ ਪਹਿਲੀ ਲਾਈਨ ਹੈ A ਅਸੀਂ ਲਿਖੀ ਹੈ, ਥਰਡ ਲਾਈਨ ਸਾਡੇ ਕੋਲ ਹੈਗੀ ਹੈ, ਇੱਥੇ ਵੀ ਅਸੀਂ A ਲਿਖਿਆ, ਸੈਕਿੰਡ 'ਤੇ B ਲਿਖਿਆ, ਫੋਰਥ 'ਤੇ B ਲਿਖਿਆ। ਹੁਣ ਪਹਿਲੀ ਲਾਈਨ ਦੇਖੋ, ਟੂ ਅ ਸਮਰਸ ਡੇ, ਥਰਡ ਲਾਈਨ 'ਚ ਬਰਡਸ ਆਫ ਮੇ, ਡੇ ਮੇ, ਪਹਿਲੀ ਲਾਈਨ ਕਿਹਦੇ ਨਾਲ ਜੁੜ ਰਹੀ ਹੈ, ਤੀਜੀ ਨਾਲ ਜੁੜ ਰਹੀ ਹੈ। ਫਿਰ ਸੈਕਿੰਡ ਲਾਈਨ 'ਚ ਕੀ ਲਿਖਿਆ, ਮੋਰ ਟੈਂਪਰੇਟ, ਸ਼ਾਰਟ ਅ ਡੇਟ, ਟੈਂਪਰੇਟ ਡੇਟ। ਇਹ ਪਹਿਲੀ ਅਤੇ ਚੌਥੀ ਦੂਜੀ ਅਤੇ ਚੌਥੀ ਜੁੜ ਰਹੀ ਹੈ। ਹੁਣ ਪਹਿਲੀ ਅਤੇ ਤੀਜੀ ਜੁੜ ਰਹੀ ਹੈ, ਮਤਲਬ ਕਿਹੜੀ ਰਾਈਮ ਸਕੀਮ ਫੋਲੋ ਹੋ ਰਹੀ ਹੈ, ABAB। ਹੁਣ ਨੈਕਸਟ ਸਾਡੇ ਕੋਲ ਕੀ ਹੈ, ਇਹਦੇ 'ਚ ਅਸੀਂ ਲਿਖਿਆ ਹੈਵਨ ਸ਼ਾਈਨਸ। ਇੱਥੇ ਥਰਡ ਲਾਈਨ 'ਚ ਦੇਖੋ ਸਮ ਟਾਈਮ ਡਿਕਲਾਈਨਸ। ਹੁਣ ਸ਼ਾਈਨਸ ਡਿਕਲਾਈਨਸ ਪਹਿਲੀ ਅਤੇ ਤੀਜੀ ਇੱਥੇ ਜੁੜ ਰਹੀ ਹੈ। ਹੁਣ C ਨਾਲ C ਫੋਲੋ ਹੋ ਰਹੀ ਹੈ, ਡਿਮਡ ਅਨਟ੍ਰਿਮਡ, ਹੁਣ D ਨਾਲ D, ਇਹਦਾ ਮਤਲਬ CCDD ਫੋਰਮ ਜਿਹੜੀ ਹੈ ਫੋਲੋ ਹੋ ਰਹੀ ਹੈ। ਨੈਕਸਟ ਅਸੀਂ ਨੇ ਲਿਖਿਆ ਸੀ EFEF। ਹੁਣ ਇੱਥੇ ਦੇਖੋ ਥਰਡ ਪੈਰਾਗ੍ਰਾਫ ਦੇ ਵਿੱਚ ਅਸੀਂ ਆ ਗਏ, ਇੱਥੇ ਲਿਖਿਆ ਸ਼ੈਲ ਨਾਟ ਫੇਡ ਐਂਡ ਇਨ ਹਿਸ ਸ਼ੇਡ, ਫੇਡ ਸ਼ੇਡ, ਇਹ ਦੋਨੋਂ ਆਪਸ ਜੁੜ ਰਹੇ ਨੇ। ਓਐਸਟ ਗਰੋਐਸਟ, ਇੱਥੇ ਜਾ ਕੇ ਇਹ ਜਿਹੜੇ FF ਫੋਲੋ ਹੋ ਰਹੀ ਹੈ। ਤਾਂ ਅਸੀਂ ਨੇ ਯਾਦ ਰੱਖਣਾ ਕਿਹੜੀ ਕਿਹੜੀ ਰਾਈਮ ਸਕੀਮ ਹੈ। ਲਾਸਟ ਅਸੀਂ ਨੇ ਲਿਖਿਆ ਕੈਨ ਸੀ, ਲਿਵ, ਸ਼ੀ, ਹੁਣ ਇਹਦੇ 'ਚ ਇਹ ਫੋਲੋ ਹੋ ਰਹੀ ਹੈ। ਹੁਣ ਤੁਹਾਨੂੰ ਸਮਝ ਆ ਗਿਆ ਹੁਣ ਰਾਈਮ ਸਕੀਮ ਦਾ ਮੀਨਿੰਗ ਕੀ ਹੈ। ਰਾਈਮ ਸਕੀਮ ਦਾ ਮਤਲਬ ਇਹ ਆ ਕਿ ਇੱਕ ਪੈਟਰਨ ਜਿਹੜਾ ਉਹ ਫੋਲੋ ਕਰਦੀ ਹੈ, ਇਹ ਇੱਕ ਦੂਜੇ ਨਾਲ ਲਾਈਨ ਨਾਲ ਜੁੜਨ ਦਾ। ਪਹਿਲੀ ਲਾਈਨ ਤੀਜੀ ਨਾਲ ਜੁੜਦੀ ਹੈ, ਦੂਜੀ ਲਾਈਨ ਚੌਥੀ ਨਾਲ ਜੁੜਦੀ ਹੈ, ਇਸ ਤਰੀਕੇ। ਹੁਣ ABAB, CD EFEF GG, ਇਹ ਰਾਈਮ ਸਕੀਮ ਫੋਲੋ ਹੁੰਦੀ ਹੈ। ਨੈਕਸਟ ਜਿਹੜਾ ਦੋ ਚੀਜ਼ਾਂ ਹੋ ਗਈਆਂ, ਦੋ ਕੰਡੀਸ਼ਨਸ ਹੋ ਗਈਆਂ ਸੋਨੇਟ ਦੀਆਂ। ਤੀਜੀ ਹੈਗੀ ਇਆੰਬਿਕ ਪੈਂਟਾਮੀਟਰ, ਮਤਲਬ ਕਿ ਸੋਨੇਟਸ ਯੂਜੂਅਲੀ ਰਿਟਨ ਇਨ ਇਆੰਬਿਕ ਪੈਂਟਾਮੀਟਰ।
ਇਆੰਬਿਕ ਪੈਂਟਾਮੀਟਰ ਅਸੀਂ ਇੱਕ ਲਾਸਟ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀ, ਇਹਦੇ 'ਚ ਵੀ ਅਸੀਂ ਡਿਸਕਸ ਕਰਾਂਗੇ। ਅਗਰ ਤੁਹਾਨੂੰ ਹੋਰ ਜ਼ਿਆਦਾ ਤੁਸੀਂ ਕੰਪੇਅਰ ਕਰਨਾ ਚਾਹੁੰਦੇ ਹੋ ਤੁਸੀਂ ਲਾਸਟ ਵੀਡੀਓ ਜਾ ਕੇ ਵੀ ਦੇਖ ਸਕਦੇ ਹੋ। ਇਆੰਬਿਕ ਪੈਂਟਾਮੀਟਰ ਦਾ ਮਤਲਬ ਇਹ ਹੈ ਕਿ ਜਦੋਂ ਉਹ ਪੋਇਮ ਲਿਖਦਾ, ਕੋਈ ਵੀ ਪੋਇਟ ਕਿਸੇ ਪੋਇਮ ਨੂੰ ਲਿਖਦਾ ਤਾਂ ਉਹ ਇਸ ਪੈਰਾਮੀਟਰ ਨੂੰ ਯੂਜ਼ ਕਰਦਾ। ਮਤਲਬ ਇਹ ਆ ਕਿ ਇੱਕ ਤਰੀਕਾ ਹੋਊਗਾ ਉਹਨੂੰ ਲਿਖਣ ਦਾ। ਇਹਦਾ ਮੀਨਿੰਗ ਕੀ ਆ ਹੁਣ, ਵਿਚ ਮੀਨਸ ਈਚ ਲਾਈਨ ਹੈਜ਼ 10 ਸਿਲੇਬਸ। ਇਆੰਬਿਕ ਦਾ ਮਤਲਬ ਇਹ ਹੁੰਦਾ ਹੈ ਕਿ ਹਰ ਇੱਕ ਇਆੰਬਿਕ ਦੇ ਵਿੱਚ 5 ਸਿਲੇਬਲ ਹੁੰਦੇ ਨੇ। ਹੁਣ ਅਸੀਂ ਨੇ ਕਿਹਾ ਪੈਂਟਾਮੀਟਰ, ਪੈਂਟਾਮੀਟਰ ਦੇ ਵਿੱਚ 2 ਇਆੰਬਿਕ ਹੁੰਦੇ ਨੇ। ਦੁਬਾਰਾ ਮੈਂ ਬੋਲ ਰਹੀ ਹਾਂ, ਇੱਕ ਇਆੰਬਿਕ ਦੇ ਵਿੱਚ 5 ਸਿਲੇਬਲ ਹੁੰਦੇ ਨੇ, ਪੈਂਟਾਮੀਟਰ ਦੇ ਵਿੱਚ 2 ਇਆੰਬਿਕ ਹੁੰਦੇ ਨੇ। ਅਗਰ 2 ਇਆੰਬਿਕ ਹੁੰਦੇ ਨੇ, ਇੱਕ ਦੇ ਵਿੱਚ 5 ਹੁੰਦੇ ਨੇ, ਤੇ 5 ਤੇ 5 ਕਿੰਨੇ ਹੋ ਗਏ, ਟੋਟਲ 10। ਦੈਟ ਮੀਨਸ ਇੱਕ ਲਾਈਨ ਦੇ ਵਿੱਚ ਕੀ ਹੋਣਗੇ, 10 ਸਿਲੇਬਲ ਹੋਣਗੇ। ਦੇਖੋ ਇਟਸ ਅਪ ਟੂ ਯੂ ਕਿ ਤੁਸੀਂ ਇਸ ਚੀਜ਼ ਨੂੰ ਡੀਪਲੀ ਸਮਝਣਾ ਚਾਹੁੰਦੇ ਹੋ ਜਾਂ ਤੁਸੀਂ ਜਸਟ ਇਹ ਲਿਖਣਾ ਚਾਹੁੰਦੇ ਹੋ ਕਿ ਸੋਨੇਟ ਦੇ ਵਿੱਚ ਜਿਹੜੇ ਇਆੰਬਿਕ ਪੈਂਟਾਮੀਟਰ ਹੁੰਦਾ। ਪਰ ਮੈਨੂੰ ਡਿਟੇਲ 'ਚ ਇਸ ਲਈ ਡਿਸਕਸ ਕਰ ਰਹੀ ਹਾਂ ਕਿ ਇਨ ਕੇਸ ਇਨ ਫਿਊਚਰ ਤੁਹਾਨੂੰ ਕਦੇ ਜ਼ਰੂਰਤ ਪਊਗੀ ਤਾਂ ਤੁਸੀਂ ਇਸ ਚੀਜ਼ ਨੂੰ ਸਮਝ ਵੀ ਸਕੋ ਤੇ ਦੂਸਰੇ ਬੰਦੇ ਨੂੰ ਸਮਝਾ ਵੀ ਸਕੋ ਕਿ ਇਆੰਬਿਕ ਪੈਂਟਾਮੀਟਰ ਦਾ ਮੀਨਿੰਗ ਕੀ ਹੁੰਦਾ। ਨਹੀਂ ਤਾਂ ਅਸੀਂ ਜਿੱਦਾਂ ਲਿਖਦੇ ਆ ਰਹੇ ਹਾਂ ਅਸੀਂ ਉੱਦਾਂ ਹੀ ਲਿਖਦੇ ਚੱਲਾਂਗੇ। ਵਿਦ ਦ ਸਟ੍ਰੈਸ ਔਨ ਐਵਰੀ ਸੈਕਿੰਡ ਸਿਲੇਬਲ। ਹੁਣ ਕੀ ਹੁੰਦਾ, 10 ਸਿਲੇਬਲ ਹੁੰਦੇ ਇੱਕ ਲਾਈਨ ਦੇ ਵਿੱਚ, ਪਰ ਸੈਕਿੰਡ ਸਿਲੇਬਲ ਦੇ ਉੱਤੇ ਜ਼ਿਆਦਾ ਸਟ੍ਰੈਸ ਦਿੱਤਾ ਜਾਂਦਾ ਜਦੋਂ ਅਸੀਂ ਬੋਲਦੇ ਹਾਂ। ਅਸੀਂ ਇਹਦੀ ਐਗਜ਼ਾਮਪਲ ਕੀਤੀ ਹੈ, ਸ਼ੈਲ ਆਈ ਕੰਪੇਅਰ ਥੀ ਟੂ ਅ ਸਮਰਸ ਡੇ। ਹੁਣ ਅਸੀਂ ਬੋਲਿਆ, ਮੈਂ ਕਿਹਾ 10 ਸਿਲੇਬਲ ਹੁੰਦੇ ਆ। ਹੁਣ 10 ਸਿਲੇਬਲ ਦਾ ਮੀਨਿੰਗ ਕੀ ਹੈ ਤੇ ਸੈਕਿੰਡ ਜਿਹੜਾ ਸਿਲੇਬਲ ਉਹ 'ਤੇ ਅਸੀਂ ਸਟ੍ਰੈਸ ਦਿੰਦੇ ਹਾਂ, ਉਹਦਾ ਮੀਨਿੰਗ ਕੀ, ਉਹਨੂੰ ਅਸੀਂ ਡਿਟੇਲ 'ਚ ਡਿਸਕਸ ਕਰਦੇ ਹਾਂ। ਓਕੇ, ਹੁਣ ਮੈਂ ਜਿਹੜੀ ਲਾਈਨ ਬੋਲੀ ਸੀਗੀ, ਸ਼ੈਲ ਆਈ ਕੰਪੇਅਰ ਥੀ ਟੂ ਅ ਸਮਰਸ ਡੇ। ਹੁਣ ਇਹਦੇ 'ਚ ਕੀ ਹੈ, ਸ਼ੈਲ, ਇਹਦੇ 'ਚ 1 ਸਿਲੇਬਲ ਹੈ। ਸਿਲੇਬਲ ਦਾ ਮਤਲਬ ਕੀ, ਵੋਵਲ ਸਾਊਂਡ ਹੈ 1। ਏ ਲਿਖਿਆ ਨਾ, ਇਹਦੇ 'ਚ ਇੱਕ ਸਿਲੇਬਲ ਹੋ ਗਿਆ। ਆਈ ਲਿਖਿਆ, ਇੱਕ ਸਿਲੇਬਲ ਹੋ ਗਿਆ। ਕੰਪੇਅਰ ਦੇ ਵਿੱਚ ਓ ਤੇ ਏ ਜਿਹੜੇ 2 ਸਿਲੇਬਲ ਹੋ ਗਏ। ਥੀ ਦੇ ਵਿੱਚ ਜਿਹੜਾ 1, ਕਿਉਂਕਿ ਡਬਲ ਈ ਹੈ ਨੂੰ ਅਸੀਂ 1 ਕਾਊਂਟ ਕਰ ਰਹੇ ਹਾਂ, 1 ਸਿਲੇਬਲ ਹੋ ਗਿਆ। 2 ਦੇ ਵਿੱਚ ਓ ਆ ਗਿਆ, ਫਿਰ ਵੋਵਲ ਜਿਹੜਾ 1 ਸਿਲੇਬਲ ਹੋ ਗਿਆ। ਇੱਦਾਂ ਕਰਕੇ ਟੋਟਲ ਸਾਡੇ ਕੋਲ ਕਿੰਨੇ ਹੋ ਗਏ, 10 ਹੋ ਗਏ। ਇੱਕ ਲਾਈਨ ਦੀ ਅਸੀਂ ਐਗਜ਼ਾਮਪਲ ਲਈ ਆ ਤੇ ਅਸੀਂ ਗੱਲ ਕੀਤੀ ਸੀ ਕਿ ਇੱਕ ਲਾਈਨ ਦੇ ਵਿੱਚ 10 ਸਿਲੇਬਲ ਹੁੰਦੇ ਨੇ ਤੇ ਅਸੀਂ ਉਸ ਚੀਜ਼ ਨੂੰ ਪ੍ਰੂਵ ਕਰ ਲਿਆ, ਇੱਥੇ ਸਮਝ ਲਿਆ ਕਿ ਕਿੱਦਾਂ 10 ਸਿਲੇਬਲ ਹੁੰਦੇ ਨੇ। ਹੁਣ ਉਸ ਤੋਂ ਬਾਅਦ ਮੈਂ ਕਿਹਾ ਸੀ ਕਿ ਦੂਜੇ ਜਿਹੜਾ ਸਿਲੇਬਲ ਹੁੰਦਾ ਉਹਦੇ 'ਤੇ ਅਸੀਂ ਸਟ੍ਰੈਸ ਦਿੰਦੇ ਹਾਂ। ਕਿੱਦਾਂ ਦਿੰਦੇ ਹਾਂ, ਦੇਖੋ ਸ਼ੈਲ ਆਈ ਦੂਜੇ 'ਤੇ, ਸ਼ੈਲ ਦੇ ਉੱਤੇ ਇੰਨਾ ਸਟ੍ਰੈਸ ਨਹੀਂ ਹੋ ਗਿਆ, ਆਈ ਦੇ ਉੱਤੇ ਹੋਇਆ। ਕੰਪੇਅਰ, ਕਮ ਜਿਹੜਾ ਉਹਦੇ 'ਤੇ ਘੱਟ ਸਟ੍ਰੈਸ ਆ, ਪੇਅਰ ਦੇ ਉੱਤੇ ਜ਼ਿਆਦਾ ਸਟ੍ਰੈਸ। ਥੀ ਟੂ, 2 'ਤੇ ਜ਼ਿਆਦਾ ਸਟ੍ਰੈਸ ਆ ਰਿਹਾ। ਅਸਮ, ਸਮ ਦੇ ਉੱਤੇ ਜ਼ਿਆਦਾ ਸਟ੍ਰੈਸ ਆ ਰਿਹਾ। ਅ ਸਮਰ, ਮਰ, ਡੇ, ਡੇ ਦੇ ਉੱਤੇ ਜ਼ਿਆਦਾ ਸਟ੍ਰੈਸ ਆ ਰਿਹਾ। ਤਾਂ ਜਿਹੜੇ ਹਰ ਇੱਕ ਸੈਕਿੰਡ ਸਿਲੇਬਲ ਦੇ ਉੱਤੇ ਜ਼ਿਆਦਾ ਸਟ੍ਰੈਸ ਆਊਗਾ, ਇਸ ਚੀਜ਼ ਨੂੰ ਅਸੀਂ ਦੁਬਾਰਾ ਬੋਲਦੇ ਹਾਂ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ। ਓਕੇ, ਇਆੰਬਿਕ ਪੈਂਟਾਮੀਟਰ ਜਿਹੜਾ ਉਹ ਇੱਕ ਸੋਨੇਟ ਦੇ ਲਈ ਫੋਲੋ ਕੀਤਾ ਜਾਂਦਾ ਤੇ ਇਆੰਬਿਕ ਪੈਂਟਾਮੀਟਰ ਦੇ ਵਿੱਚ ਕੀ ਹੁੰਦਾ ਕਿ 10 ਸਿਲੇਬਲ ਹੁੰਦੇ ਇੱਕ ਲਾਈਨ ਦੇ ਵਿੱਚ ਤੇ ਹਰ ਇੱਕ ਸੈਕਿੰਡ ਸਿਲੇਬਲ ਦੇ ਉੱਤੇ ਕੀ ਹੁੰਦਾ, ਸਟ੍ਰੈਸ ਦਿੱਤਾ ਜਾਂਦਾ। ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਨੈਕਸਟ ਕੰਡੀਸ਼ਨ ਸਾਡੀ ਹੈਗੀ ਹੈ ਬੋਲਟਾ। ਬੋਲਟਾ ਦਾ ਮੀਨਿੰਗ ਕੀ ਹੈ, ਅ ਸੋਨੇਟ ਟਿਪਕਲੀ ਹੈਜ਼ ਅ ਬੋਲਟਾ ਔਰ ਅ ਸ਼ਿਫਟ ਇਨ ਟੋਨ ਔਰ ਪਰਸਪੈਕਟਿਵ। ਇਹਦਾ ਮਤਲਬ ਇਹ ਹੈ ਕਿ ਜਿਹੜੀ ਸੋਨੇਟ ਹੁੰਦੀ ਹੈ ਉਹਦੇ 'ਚ ਹਮੇਸ਼ਾ ਸ਼ਿਫਟ ਹੋ ਜਾਂਦੀ ਹੈ, ਟੋਨ ਸ਼ਿਫਟ ਹੋ ਜਾਂਦੀ ਹੈ ਜਾਂ ਪਰਸਪੈਕਟਿਵ। ਹੁਣ ਦੇਖੋ ਕੀ ਹੁੰਦਾ ਇਹਦੇ 'ਚ, ਦਿਸ ਯੂਜੂਅਲੀ ਹੈਪਨਸ ਬਿਟਵੀਨ ਦ 8th ਐਂਡ 9th ਲਾਈਨਸ। ਹਮੇਸ਼ਾ ਜਦੋਂ ਇਹ ਪੋਇਮ ਲਿਖੀ ਜਾਂਦੀ ਹੈ ਇਹਦੀ 8ਵੀਂ ਜਾਂ 9ਵੀਂ ਲਾਈਨ ਤੱਕ ਜਾ ਕੇ ਕੀ ਹੋ ਜਾਂਦਾ, ਥੋੜ੍ਹਾ ਜਿਹਾ ਜਿਹੜਾ ਟੌਪਿਕ ਉਹ ਚੇਂਜ ਹੋ ਜਾਂਦਾ। ਜੇ ਜਿਹੜਾ ਪੋਇਟ ਆ ਪਹਿਲਾਂ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰ ਰਿਹਾ, ਐਂਡ 'ਤੇ ਜਾ ਕੇ ਉਹ ਕਿਸੇ ਹੋਰ ਨਾਲ ਕੰਪੇਅਰ ਕਰਨ ਲੱਗ ਜਾਊਗਾ। ਦ ਸਟਾਰਟ ਆਫ ਦ ਥਰਡ ਕੁਆਟਰਨ, ਕੁਆਟਰਨ ਦਾ ਮੀਨਿੰਗ ਕੀ ਹੈ, 4 ਲਾਈਨਾਂ ਦਾ ਜਿਹੜਾ ਅਸੀਂ ਪੈਰਾ ਲਿਖਦੇ ਹਾਂ। ਔਰ ਇਨ ਦ ਫਾਈਨਲ 2 ਲਾਈਨਸ ਜਾਂ ਕਪਲੇਟ ਦੇ ਵਿੱਚ ਜਾ ਕੇ ਐਂਡ 'ਤੇ ਜਾ ਕੇ ਜਿਹੜਾ 2 ਲਾਈਨਸ ਦਾ ਜੋ ਅਸੀਂ ਫਾਈਨਲ ਲਿਖਦੇ ਹਾਂ ਉਹਦੇ 'ਚ ਜਾ ਕੇ ਚੇਂਜ ਹੋ ਜਾਂਦਾ। ਸੋ ਬੋਲਟਾ ਦਾ ਮੀਨਿੰਗ ਕੀ ਹੈ ਬਰੀਫ ਦੇ ਵਿੱਚ, ਕਿ ਬੋਲਟਾ ਦਾ ਮਤਲਬ ਇਹ ਹੈ ਕਿ ਸੋਨੇਟ ਦੇ ਵਿੱਚ ਜਾ ਕੇ ਐਂਡ 'ਤੇ ਜਦੋਂ ਅਸੀਂ ਐਂਡ ਤੱਕ ਪਹੁੰਚਦੇ ਹਾਂ, ਪੋਇਮ ਦੇ 3rd ਪੈਰਾਗ੍ਰਾਫ ਤੱਕ ਪਹੁੰਚਦੇ ਹਾਂ, ਥੋੜ੍ਹਾ ਜਿਹਾ ਜਿਹੜਾ ਟੌਪਿਕ ਹੈ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਜਾਂ ਟੋਨ ਚੇਂਜ ਹੋ ਜਾਂਦੀ ਹੈ। ਮੰਨ ਲਓ ਜਿਹੜਾ ਪੋਇਟ ਆ ਪਹਿਲਾਂ ਬਹੁਤ ਜ਼ਿਆਦਾ ਸਿੰਪਲ ਟੋਨ 'ਚ ਗੱਲ ਕਰ ਰਿਹਾ, ਫਿਰ ਥੋੜ੍ਹਾ ਹੋ ਸਕਦਾ ਕੌਨਫੀਡੈਂਸ ਦੇ ਵਿੱਚ ਜਾ ਕੇ ਗੱਲ ਕਰਨ ਲੱਗ ਜਾਵੇ ਅਤੇ ਇੱਦਾਂ ਥੋੜ੍ਹੀ ਟੋਨ ਚੇਂਜ ਹੋ ਜਾਂਦੀ ਹੈ। ਮੰਨ ਲਓ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਪਹਿਲਾਂ ਮੈਂ ਪਿਆਰ ਨਾਲ ਬੋਲ ਰਹੀ ਹਾਂ, ਫਿਰ ਮੈਂ ਇੱਕਦਮ ਗੁੱਸੇ ਨਾਲ ਬੋਲਣ ਲੱਗ ਜਾ ਤਾਂ ਮੇਰੀ ਟੋਨ ਤੁਹਾਡੇ ਪ੍ਰਤੀ ਚੇਂਜ ਹੋਈ, ਜਾਂ ਮੇਰਾ ਟੌਪਿਕ ਚੇਂਜ ਹੋਇਆ। ਟੌਪਿਕ ਜਿਹੜਾ ਥੋੜ੍ਹਾ ਜਿਹਾ ਚੇਂਜ ਹੋਣਾ, ਟੋਨ ਦਾ ਚੇਂਜ ਹੋਣਾ, ਉਹਨੂੰ ਅਸੀਂ ਬੋਲਦੇ ਹਾਂ ਬੋਲਟਾ। ਸੋ ਹੁਣ ਇਹਦੇ 4 ਜਿਹੜੀਆਂ ਕੰਡੀਸ਼ਨਸ ਨੇ, ਪਹਿਲੀਆਂ 14 ਲਾਈਨਸ ਹੋਣੀਆਂ ਚਾਹੀਦੀਆਂ ਨੇ, ਦੂਜਾ ਰਾਈਮ ਸਕੀਮ ਫੋਲੋ ਹੋਣੀ ਚਾਹੀਦੀ ਹੈ, ਤੀਜਾ ਇਆੰਬਿਕ ਪੈਂਟਾਮੀਟਰ ਹੋਣਾ ਚਾਹੀਦਾ, ਚੌਥਾ ਬੋਲਟਾ ਹੋਣਾ ਚਾਹੀਦਾ। ਸੋ ਸੋਨੇਟਸ ਹੈਲਪ ਪੋਇਟਸ ਫੋਕਸ ਦੇਅਰ ਆਈਡੀਆਜ਼ ਵਿਦ ਅ ਸਟ੍ਰਿਕਟ ਫਾਰਮ। ਕੀ ਹੈ ਸੋਨੇਟਸ ਕੀ ਹੈਲਪ ਕਰਦੀ ਹੈ ਪੋਇਟਸ ਦੀ, ਕਿ ਜਿਹੜੇ ਉਹਦੇ ਆਈਡੀਆਜ਼ ਨੇ, ਉਹਨਾਂ ਦੇ ਆਈਡੀਆਜ਼ ਨੇ, ਉਹਨਾਂ ਨੂੰ ਸਟ੍ਰਿਕਟ ਫਾਰਮ ਦੇ ਵਿੱਚ ਸ਼ੋਅ ਕਰਨ, ਵਿਚ ਕੈਨ ਮੇਕ ਦ ਵਰਡਸ ਈਵਨ ਮੋਰ ਪਾਵਰਫੁਲ, ਜਿਹਦੇ ਨਾਲ ਕੀ ਹੋ ਜਾਣਗੇ, ਉਹਨਾਂ ਦੇ ਵਰਡਸ ਹੋਰ ਵੀ ਜ਼ਿਆਦਾ ਪਾਵਰਫੁਲ ਹੋ ਜਾਣਗੇ। ਦ ਰਾਈਮ ਐਂਡ ਰਿਦਮ ਗਿਵਸ ਅ ਪੋਇਮ ਆ ਮਿਊਜ਼ੀਕਲ ਕੁਆਲਿਟੀ। ਜੇ ਇੱਕ ਰਾਈਮ ਦੇ ਵਿੱਚ ਜੋੜ ਕੇ ਲਿਖੀ ਹੋਊਗੀ, ਠੀਕ ਹੈ ਪੋਇਮ,
ਤੇ ਇੱਕ ਰਿਦਮ ਦੇ ਵਿੱਚ ਲਿਖੀ ਹੋਊਗੀ ਤਾਂ ਉਹਦੇ 'ਚ ਕੀ ਹੋਊਗੀ ਮਿਊਜ਼ੀਕਲ ਕੁਆਲਿਟੀ, ਇੱਕ ਜਿਵੇਂ ਆਪਾਂ ਗਾਣਾ ਗਾ ਰਹੇ ਹਾਂ ਉਹ ਵਾਲੀ ਕੁਆਲਿਟੀ ਆ ਜੂਗੀ। ਦਾ ਬੋਲਟਾ ਅਲਾਉਜ਼ ਦਾ ਪੋਇਟ ਟੂ ਸਰਪ੍ਰਾਈਜ਼ ਦ ਰੀਡਰ। ਬੋਲਟਾ ਕੀ ਕਰਦਾ, ਰੀਡਰ ਨੂੰ ਸਰਪ੍ਰਾਈਜ਼ ਕਰਨ 'ਚ ਹੈਲਪ ਕਰਦਾ, ਕਿਉਂਕਿ ਜਦੋਂ ਦੇਖੋ ਥੋੜ੍ਹੀ ਜਿਹੀ ਟੋਨ ਚੇਂਜ ਹੋਊਗੀ ਰਾਈਟਰ ਦੀ ਜਾਂ ਥੋੜ੍ਹਾ ਜਿਹਾ ਟੌਪਿਕ, ਤਾਂ ਆਪਾਂ ਸਰਪ੍ਰਾਈਜ਼ ਹੋਵਾਂਗੇ, ਹੈਰਾਨ ਹੋਵਾਂਗੇ ਵਿਦ ਦ ਚੇਂਜ ਇਨ ਪਰਸਪੈਕਟਿਵ। ਤਾਂ ਹੁਣ ਇਹਦਾ ਕੀ, ਇਹ ਸਾਨੂੰ ਸਾਡੀ ਹੋ ਗਈ ਹੈ ਪੋਇਮ। ਅਸੀਂ ਇਹਦੇ ਫੀਚਰਸ ਜਿਹੜੇ ਆ ਡਿਸਕਸ ਕਰ ਲਏ। ਨੈਕਸਟ ਅਸੀਂ ਇਹਦੇ 'ਤੇ ਚੱਲਦੇ ਹਾਂ। ਓਕੇ, ਇਹ ਸਾਡੀ ਐਗਜ਼ਾਮਪਲ ਸੀ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਲਿਖਣ ਦੀ ਜ਼ਰੂਰਤ ਨਹੀਂ ਹੈ, ਮੈਂ ਜਸਟ ਤੁਹਾਨੂੰ ਸਮਝਾਉਣ ਲਈ ਕੀਤੀਆਂ ਨੇ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਅਸੀਂ ਕੀ ਚੀਜ਼ ਜਿਹੜੀ ਹੈ ਡਿਸਕਸ ਕਰ ਰਹੇ ਹਾਂ। ਓਕੇ, ਨੈਕਸਟ ਸਾਡੀ ਟਰਮ ਹੈਗੀ ਸਿੰਬਲ। ਸਿੰਬਲ ਦਾ ਕੀ ਮੀਨਿੰਗ ਹੈ, ਜਿਹੜਾ ਕਿਸੇ ਚੀਜ਼ ਨੂੰ ਸਿੰਬਲਾਈਜ਼ ਕਰਦਾ। ਮੰਨ ਲਓ ਅਸੀਂ ਬੋਲ ਕੁਛ ਹੋਰ ਰਹੇ ਹਾਂ ਪਰ ਉਹ ਸਿੰਬਲਾਈਜ਼ ਕਿਸੇ ਹੋਰ ਚੀਜ਼ ਨੂੰ ਕਰਦਾ। ਅ ਸਿੰਬਲ ਇਜ਼ ਸਮਥਿੰਗ ਦੈਟ ਸਟੈਂਡਸ ਫॉर ਔਰ ਰੀਪ੍ਰਜੈਂਟ ਸਮਥਿੰਗ ਡੀਪਰ ਔਰ ਮੋਰ ਐਬਸਟਰੈਕਟ ਦੈਨ ਇਟਸ ਲਿਟਰਲ ਮੀਨਿੰਗ। ਲਿਟਰਲ ਮੀਨਿੰਗ ਦਾ ਮਤਲਬ ਕਿ ਜੋ ਲਿਖਿਆ ਹੋਇਆ ਉਹ ਮੀਨਿੰਗ ਨਾਲੋਂ ਜ਼ਿਆਦਾ ਇਹ ਕਿਹਨੂੰ ਕਰਦਾ, ਸਟੈਂਡਸ ਆਊਟ ਕਰਦਾ, ਰੀਪ੍ਰਜੈਂਟ ਕਰਦਾ ਸਮਥਿੰਗ ਡੀਪਰ, ਉਦੋਂ ਵੀ ਜ਼ਿਆਦਾ। ਜੇ ਮੈਂ ਇੱਕ ਅੱਖਰ ਲਿਖਿਆ, ਜੋ ਲਿਖਿਆ ਉਦੋਂ ਜ਼ਿਆਦਾ ਡੀਪਰ ਮੀਨਿੰਗ ਮੈਂ ਉਹਦੇ 'ਚ ਦਿੱਤਾ, ਐਬਸਟਰੈਕਟ then its literal meaning. In literature, symbols are used to add extra layers of meaning. Literature ਦੇ ਵਿੱਚ ਕਿਉਂ symbols ਨੂੰ use ਕੀਤਾ ਜਾਂਦਾ, ਤਾਂ ਕਿ meaning ਦੀਆਂ extra layers, extra ਪਰਤਾਂ ਜਿਹੜੀਆਂ ਅਸੀਂ use ਕਰ ਸਕੀਏ। To a story or poem, allowing the writer to express complex ideas in a simple way. ਕਿ ਜਿਹੜੇ ਰਾਈਟਰ ਨੇ ਉਹ ਕੀ ਚਾਹੁੰਦੇ ਨੇ ਕਿ ਸਿੰਪਲ ਵਰਡ ਯੂਜ਼ ਕਰਨ ਪਰ ਉਹਦੇ ਨਾਲ ਮੀਨਿੰਗ ਬਹੁਤ ਡੀਪ ਜਾਣ ਲੋਕਾਂ ਤੱਕ, ਇਸ ਕਰਕੇ ਸਿੰਬਲ ਯੂਜ਼ ਕਰਦੇ ਨੇ। ਹੁਣ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਫੋਰ ਐਗਜ਼ਾਮਪਲ, ਅ ਰੋਜ਼ often symbolize love. ਹੁਣ ਅਸੀਂ ਰੋਜ਼ ਦੀ ਗੱਲ ਕਰਦੇ ਹਾਂ, ਗੱਲ ਤਾਂ ਮੈਂ ਫੁੱਲ ਦੀ ਕਰ ਰਹੀ ਹਾਂ ਪਰ ਤੁਸੀਂ ਕੀ ਸਮਝੋਗੇ ਉਹਦੇ ਤੋਂ, ਲਵ। ਤੁਸੀਂ ਇੱਕ ਡੀਪਰ ਮੀਨਿੰਗ ਉਹਦੇ ਨਾਲ ਲਾਓਗੇ, ਨਾਟ ਜਸਟ ਬਿਕੋਜ਼ ਇਟਸ ਅ ਪ੍ਰੈਟੀ ਫਲਾਵਰ, ਇਸ ਕਰਕੇ ਨਹੀਂ ਕਿ ਇਹ ਸੋਹਣਾ ਇੱਕ ਫੁੱਲ ਹੈ, ਬਟ ਬਿਕੋਜ਼ ਇਟਸ ਐਸੋਸੀਏਟਡ ਵਿਦ ਰੋਮੈਂਟਿਕ ਜੈਸਚਰਸ ਐਂਡ ਇਮੋਸ਼ਨਸ। ਕਿਉਂਕਿ ਇਹਨੂੰ ਕਾਹਦੇ ਨਾਲ ਕੀਤਾ ਜਾਂਦਾ, ਰੋਮੈਂਟਿਕ ਜੈਸਚਰ। ਜੇ ਕੋਈ ਕਿਸੇ ਨੂੰ ਗੁਲਾਬ ਦਾ ਫੁੱਲ ਦੇ ਰਿਹਾ, ਇਹਦਾ ਮਤਲਬ ਕੀ ਸ਼ੋਅ ਕਰ ਰਿਹਾ, ਉਹਨੂੰ ਲਵ ਸ਼ੋਅ ਕਰ ਰਿਹਾ, ਆਪਣਾ ਇਮੋਸ਼ਨ ਪਿਆਰ ਦਾ ਉਹਨੂੰ ਸ਼ੋਅ ਕਰ ਰਿਹਾ। ਇਸ ਤਰ੍ਹਾਂ ਸਿੰਬਲ ਦੇ ਤੌਰ 'ਤੇ ਆਪਾਂ ਯੂਜ਼ ਕਰਦੇ ਹਾਂ। ਅ ਡਵ ਇਜ਼ ਅਨਦਰ ਸਿੰਬਲ। ਡਵ ਜਿਹੜੀ ਆ ਉਹਨੂੰ ਅਨਦਰ ਸਿੰਬਲ ਮੰਨਿਆ ਜਾਂਦਾ, ਆਫਨ ਰਿਪਰੈਜ਼ੈਂਟਿੰਗ ਪੀਸ ਔਰ ਫਰੀਡਮ। ਹਮੇਸ਼ਾ ਕੀ ਆਪਾਂ ਦੇਖਦੇ ਹਾਂ, ਡਵ ਨੂੰ ਆਪਾਂ ਦੇਖਦੇ ਹਾਂ ਤਾਂ ਕਿਸ ਚੀਜ਼ ਨੂੰ ਸਿੰਬਲਾਈਜ਼ ਕਰਦੇ, ਪੀਸ ਨੂੰ, ਸ਼ਾਂਤੀ ਨੂੰ ਅਤੇ ਫਰੀਡਮ ਨੂੰ, ਆਜ਼ਾਦੀ ਨੂੰ। ਐਜ਼ ਇਟ ਇਜ਼ ਸੀਨ ਐਜ਼ ਜੈਂਟਲ ਬਰਡ, ਕਿਉਂ ਇਹਨੂੰ ਜੈਂਟਲ ਬਰਡ ਮੰਨਿਆ ਜਾਂਦਾ, ਕਿ ਜਿਹੜਾ ਇੱਕ ਬਹੁਤ ਵਧੀਆ ਇਹ ਪੰਛੀ ਹੈ, ਦੈਟ ਫਲਾਈਜ਼ ਥਰੂ ਦ ਸਕਾਈ ਵਿਦਾਊਟ ਹਾਰਮ। ਹਮੇਸ਼ਾ ਅਸਮਾਨਾਂ ਦੇ ਵਿੱਚ ਉੱਡਦਾ, ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਂਦਾ, ਇਸ ਕਰਕੇ ਇਸ ਪੰਛੀ ਨੂੰ ਕੀ ਮੰਨਿਆ ਜਾਂਦਾ ਕਿ ਇਹ ਪੀਸ ਦਾ ਅਤੇ ਫਰੀਡਮ ਦਾ ਸਿੰਬਲ ਹੈ। ਓਕੇ, ਸਿੰਬਲਸ ਡੋਂਟ ਹੈਵ ਟੂ ਬੀ ਓਬਜੈਕਟਸ। ਹਮੇਸ਼ਾ ਜਿਹੜੇ ਸਿੰਬਲ ਨੇ ਜ਼ਰੂਰੀ ਨਹੀਂ ਕਿ ਓਬਜੈਕਟਸ ਹੋਣ, ਉਹ ਕੋਈ ਵੀ ਚੀਜ਼ ਹੋ ਸਕਦੀ ਹੈ। ਜਿਵੇਂ ਹੁਣ ਆਪਾਂ ਦੇ ਕੈਨ ਆਲਸੋ ਬੀ ਕਲਰਸ, ਐਕਸ਼ਨਸ ਔਰ ਈਵਨ ਕਰੈਕਟਰਸ। ਕਿਸੇ ਵੀ ਚੀਜ਼ ਤੋਂ ਆਪਾਂ ਸਿੰਬਲਾਈਜ਼ ਕਰ ਸਕਦੇ ਹਾਂ। ਕਿਸੇ ਨੂੰ ਸਿੰਬਲਾਈਜ਼ ਕਰਨ ਲਈ ਆਪਾਂ ਕਲਰ ਵੀ ਯੂਜ਼ ਕਰ ਸਕਦੇ ਹਾਂ, ਐਕਸ਼ਨ ਵੀ ਯੂਜ਼ ਕਰ ਸਕਦੇ ਹਾਂ, ਈਵਨ ਕਰੈਕਟਰ ਵੀ ਯੂਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਰੈੱਡ ਇਜ਼ ਆਫਨ ਯੂਜ਼ਡ ਐਜ਼ ਅ ਸਿੰਬਲ। ਹੁਣ ਰੈੱਡ ਜਿਹੜਾ ਉਹ ਕਲਰ ਹੈ, ਓਬਜੈਕਟ ਤਾਂ ਹੈ ਨਹੀਂ, ਫਿਰ ਵੀ ਅਸੀਂ ਉਹਨੂੰ ਸਿੰਬਲ ਲਈ ਯੂਜ਼ ਕਰਦੇ ਹਾਂ। ਕਾਹਦੇ ਲਈ, ਸਿੰਬਲ ਆਫ ਪੈਸ਼ਨ, ਐਂਗਰ ਔਰ ਡੇਂਜਰ। ਲਾਲ ਰੰਗ ਜਿਹੜਾ ਹਮੇਸ਼ਾ ਕਾਹਦੇ ਲਈ ਆਪਾਂ ਕਹਿੰਦੇ ਨੇ, ਪੰਜਾਬੀ 'ਚ ਕਹਿੰਦੇ ਖਤਰੇ ਦੀ ਨਿਸ਼ਾਨੀ ਹੈ, ਤਾਂ ਖਤਰੇ ਦੀ ਨਿਸ਼ਾਨੀ ਹੈਗਾ ਤਾਂ ਉਹ ਰੰਗ ਹੀ ਹੈ, ਪਰ ਅਸੀਂ ਉਹਨੂੰ ਸਿੰਬਲ ਦੇ ਤੌਰ 'ਤੇ ਯੂਜ਼ ਕਰ ਲਿਆ। ਈਵਨ ਐਕਸ਼ਨਸ ਕੈਨ ਬੀ ਸਿੰਬਲਸ। ਹੁਣ ਐਕਸ਼ਨ ਨੂੰ ਵੀ ਅਸੀਂ ਸਿੰਬਲ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਕਿਵੇਂ, ਅ ਜਰਨੀ ਔਰ ਅ ਲੌਂਗ ਵਾਕ ਕੈਨ ਰੀਪ੍ਰਜੈਂਟ ਅ ਪਰਸਨਸ ਜਰਨੀ ਥਰੂ ਲਾਈਫ ਔਰ ਦ ਚੈਲੰਜਸ ਦੇ ਫੇਸ ਇਨ ਗਰੋਇੰਗ ਔਰ ਚੇਂਜਿੰਗ। ਹੁਣ ਕੀ ਹੈ, ਆਪਾਂ ਕਹੀਏ ਵੀ ਇਹਨੇ ਤਾਂ ਵੀ ਬਹੁਤ ਲੰਮਾ ਸਫ਼ਰ ਤੈਅ ਕੀਤਾ। ਕਈ ਵਾਰ ਆਪਾਂ ਪੰਜਾਬੀ 'ਚ ਬੋਲਦੇ ਹਾਂ, ਇਹ ਬੰਦੇ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ। ਲੰਮਾ ਸਫ਼ਰ ਦਾ ਮਤਲਬ ਇਹ ਨਹੀਂ ਕਿ ਉਹ ਬਹੁਤ ਦੂਰ ਕਿਤੇ ਜਾ ਕੇ ਆਇਆ। ਲੰਮੇ ਸਫ਼ਰ ਦਾ ਉੱਥੇ ਮਤਲਬ ਇਹ ਹੈ ਕਿ ਇਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਬਹੁਤ ਦੁੱਖ ਤਕਲੀਫਾਂ ਦੇਖੀਆਂ ਨੇ। ਰਾਈਟਰਸ ਯੂਜ਼ ਸਿੰਬਲਸ ਟੂ ਮੇਕ ਦੇਅਰ ਸਟੋਰੀਜ਼ ਔਰ ਪੋਇਮਸ ਰਿਚਰ। ਕਿਉਂ ਯੂਜ਼ ਕਰਦੇ ਨੇ, ਤਾਂ ਕਿ ਆਪਣੀ ਜਿਹੜੀ ਪੋਇਮਸ ਨੂੰ ਜਾਂ ਸਟੋਰੀਜ਼ ਨੂੰ ਹੋਰ ਜ਼ਿਆਦਾ ਵਧੀਆ ਮੀਨਿੰਗ ਦੇ ਸਕਣ। ਐਂਡ ਟੂ ਹੈਲਪ ਦ ਰੀਡਰ ਅੰਡਰਸਟੈਂਡ ਆਈਡੀਆਜ਼ ਔਰ ਇਮੋਸ਼ਨਸ ਵਿਦਾਊਟ ਐਕਸਪਲੇਨਿੰਗ ਦੈਮ ਡਾਇਰੈਕਟਲੀ। ਅਤੇ ਜਿਹੜੇ ਉਹਨਾਂ ਦੇ ਰੀਡਰ ਨੇ ਉਹਨਾਂ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੂੰ ਇਕੱਲੀ ਜਾ ਕੇ ਗੱਲ ਐਕਸਪਲੇਨ ਕਰਨੀ ਪਵੇ, ਉਹ ਸਮਝ ਜਾਣਾ ਆਪਣੇ ਆਪ। ਜਿਵੇਂ ਹੁਣ ਦੇਖੋ, ਉਹਨਾਂ ਨੇ ਦਿਖਾਇਆ ਕਿ ਜਿਹੜੀ ਇਮੋਸ਼ਨਸ ਜਿਹੜੇ ਦਿਖਾਏ ਰੀਡਰ ਦੇ, ਮੰਨ ਲਓ ਕੋਈ ਕਿਸੇ ਨੂੰ ਫੁੱਲ ਦੇਣ ਲਈ ਜਾਂਦਾ, ਅਗਰ ਉਹ ਫੁੱਲ ਦੇਣ ਲਈ ਗਿਆ ਤਾਂ ਉਹਦੇ ਨਾਲ ਕੀ ਹੋਊਗਾ, ਆਪਾਂ ਉਹ ਨਹੀਂ ਐਕਸਪਲੇਨ ਕਰੂਗਾ ਕਿ ਉਹਨੇ ਰੈੱਡ ਫੁੱਲ ਦਿੱਤਾ ਤਾਂ ਕਿਉਂ ਦਿੱਤਾ, ਉਹ ਆਪਾਂ ਸਮਝਾਂਗੇ ਕਿ ਉਹ ਉਹਨੂੰ ਆਪਣਾ ਜਿਹੜਾ ਲਵ ਐਕਸਪ੍ਰੈਸ ਕਰਨਾ ਚਾਹੁੰਦਾ। ਇਟ ਲੈਟਸ ਦ ਰੀਡਰ ਕਨੈਕਟ ਮੋਰ ਡੀਪਲੀ ਵਿਦ ਦ ਵਰਕ ਬਿਕੋਜ਼ ਦੇ ਕੈਨ ਇੰਟਰਪ੍ਰੇਟ ਦ ਸਿੰਬਲਸ ਇਨ ਦੇਅਰ ਓਨ ਵੇ। ਹੁਣ ਇਹਦੇ ਨਾਲ ਕੀ ਹੋ ਜਾਂਦਾ ਕਿ ਜਿਹੜੇ ਰੀਡਰ ਨੇ ਉਹ ਕਨੈਕਟ ਕਰਦੇ ਨੇ, ਡੀਪਲੀ ਕਨੈਕਟ ਕਰਦੇ ਨੇ, ਕਿਉਂਕਿ ਬਿਕੋਜ਼ ਦੇ ਕੈਨ ਇੰਟਰਪ੍ਰੇਟ ਦ ਸਿੰਬਲਸ ਇਨ ਦੇਅਰ ਓਨ ਵੇ। ਹੁਣ
ਤੁਸੀਂ ਆਪਣੇ ਤਰੀਕੇ ਨਾਲ ਇੱਕ ਮਤਲਬ ਕੱਢ ਸਕੋ। ਤੁਹਾਨੂੰ ਇੱਕ ਲਾਈਨ ਲਿਖ ਕੇ ਦੇਤੀ ਰੀਡਰ ਨੇ, ਤੁਸੀਂ ਆਪਣੇ ਤਰੀਕੇ ਨਾਲ ਉਹਦਾ ਮੀਨਿੰਗ ਕੱਢ ਸਕੋ। ਉਹਦੇ ਨਾਲ ਕੀ ਹੋਊਗਾ, ਤੁਸੀਂ ਹੋਰ ਜ਼ਿਆਦਾ ਡੀਪਲੀ ਡੂੰਘਾਈ 'ਚ ਜਾ ਕੇ ਉਸ ਜਿਹੜੀ ਰਾਈਟਿੰਗ ਆ, ਕੋਈ ਵਰਕ ਜਿਹੜਾ ਤੁਹਾਡੇ ਸਾਹਮਣੇ ਆ, ਕੋਈ ਪੋਇਮ ਹੈ, ਕੋਈ ਸਟੋਰੀ, ਉਹਦੇ ਨਾਲ ਹੋਰ ਜ਼ਿਆਦਾ ਤੁਸੀਂ ਡੀਪਲੀ ਕਨੈਕਟ ਕਰ ਸਕੋਗੇ। ਹੋਪਫੁਲੀ ਇਹ ਦੋਨੋਂ ਟਰਮਸ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਨੈਕਸਟ ਵੀਡੀਓ ਦੇ ਵਿੱਚ ਅਸੀਂ ਨੈਕਸਟ 2 ਟਰਮਸ ਨੂੰ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ।